श्री वाहिगुरु साहिब जी। सूही महला पहला। पहले पातशाह धन सतगुरु श्री गुरु नानक देव साहब जी महाराज सूही राग दे विच शुभ पावन उपदेश बख्शिश करते हैं। घर सतवा सतवीं घर सुर ताल दे विच ये शब्द उच्चारण कर रहे हैं। एक ओंकार अद्वितीय ब्रह्म सर्वदा जो प्रकाशक है। सत गुर प्रसाद जो सतगुਰਾਂ ਦੀ ਕਿਰਪਾ द्वारा प्राप्त ਹੁੰਦਾ है। जोग ना खिंथा जोग ना डडा डंडा। ये सिद्धो केवल गोदड़ी पहरना ही जोग नहीं है ਅਤੇ ਡੰਡਾ ਹੱਥ ਵਿੱਚ ਪਕੜਨਾ ਵੀ ਯੋਗ ਨਹੀਂ ਹੈ। जोग ना भस्म चढ़ाइया ਅਤੇ ਨਾ ਹੀ ਸਰੀਰ ਉੱਪਰ ਸਵਾਹ ਚੜਾਉਣ ਭਾਵ ਸਵਾਹ ਮੰਨਣਾ ਇਹਨੂੰ ਹੀ ਜੋ ਕਹਿੰਦੇ ਨੇ। जोग ना मुंदी मूंड मुड़ाया। ਕੰਨਾਂ ਦੇ ਵਿੱਚ ਮੁੰਦਰਾਂ ਪਾਉਣ ਤੇ ਸਿਰ ਮੂੰਹ ਮੁੰਨਾ ਲੈਣਾ ਵੀ ਯੋਗ ਨਹੀਂ ਕਹੀਦਾ। जोग ना सिंगी वाइया ਅਤੇ ਨਾ ਹੀ ਤੁਰੀ ਵਜਾਉਣ ਕਰਕੇ ਯੋਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਮਹਾਰਾਜ ਯੋਗ ਕਿਵੇਂ ਪ੍ਰਾਪਤ ਹੁੰਦਾ ਹੈ? अंजन माहे निरंजन रहिया। ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਮਾਇਆ ਦੇ ਵਿੱਚ ਸੋ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ। ਸੁਰਮਾ ਹੁੰਦਾ ਹੈ ਕਾਲਾ ਤੇ ਮਾਇਆ ਵੀ ਕਾਲੀ ਹੈ। ਇਉਂ ਕਾਲਖ ਕਰਕੇ ਦਾ ਨਾਮ ਅੰਜਨ ਹੈ। ਜੇ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਨਿਰਅੰਜਨ ਕਾਲਖ ਤੋਂ ਰਹਿਤ ਕੌਣ ਹੈ? ਜਿਹਨੂੰ ਮਾਇਆ ਦੀ ਕਾਲਖ ਨਹੀਂ, ਉਹਦੇ ਤੋਂ ਨਿਰਲੇਪ ਪਰਮਾਤਮਾ ਹੈ। ਉਸ ਵਾਹਿਗੁਰੂ ਦਾ ਨਾਮ ਹੀ ਜੈਸੇ ਜਲ ਮੇਂ ਕਮਲ ਨਿਰਾਲਮ ਮੁਰਗਾਈ ਨਹਿਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ। ਇਹ ਮਾਇਆ ਦੀ ਕਾਲਖ ਤੋਂ ਨਿਰਲੇਪ ਰੱਖਣ ਵਾਲਾ ਹੈ। ਇਉਂ ਮਹਾਰਾਜ ਦਾ ਨਾਮ ਜਪਦਿਆਂ ਨਿਰਲੀਪ ਰਹਿਣਾ ਕਰੀਏ। ਇਸੇ ਪ੍ਰਕਾਰ अंजन माहे निरंजन रहिया। ਸ਼ੁੱਧ ਸਰੂਪ ਪਰਮੇਸ਼ਰ ਨੂੰ ਧਿਆਉਂਦੇ ਰਹੀਏ ਤਾਂ ਇਸ ਪ੍ਰਕਾਰ ਦੇ ਨਾਲ जोग जुगत एव पाइया। ਪਰਮੇਸ਼ਰ ਵਿੱਚ ਜੁੜਨ ਰੂਪ ਯੋਗ ਦੀ ਜੁਗਤੀ ਨੂੰ ਪ੍ਰਾਪਤ ਕਰ ਲਈਦਾ ਹੈ ਜਾਂ ਯੋਗ ਦੇ ਵਿੱਚ ਜੁੜਨਾ ਪਾਈਦਾ ਹੈ। ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਸਾਹਿਬਾਂ ਦਾ ਫਰਮਾਨ ਹੈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ आई पंथी सगल जमाती मन जीत जग जीत आदेश तिसे आदेश आद अनील अनाद अनाहत जुग जुग एको वेश। गली जोग ना होई। सिद्धो ਐਵੇਂ ਵਿਅਰਥ ਹੀ ਗੱਲਾਂ ਬਾਤਾਂ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਏਕ ਦ੍ਰਿਸ਼ਟ ਕਾਰ ਸੰਸਾਰ ਜਾਣੈ
ਜੋ ਇੱਕ ਬ੍ਰਹਮ ਦ੍ਰਿਸ਼ਟੀ ਕਰਕੇ ਸਾਰਿਆਂ ਦੇ ਵਿੱਚ ਬ੍ਰਹਮ ਦੀ ਹੀ ਜੋਤ ਨੂੰ ਬਰਾਬਰ ਜਾਣਦਾ ਹੈ, ਭਾਵ ਸਾਰੇ ਉਸ ਪਰਮੇਸ਼ਰ ਦੀ ਹੀ ਜੋਤ ਆਈ ਹੋਈ ਵਿਆਪਕ ਸਮਝਦਾ ਹੈ। ਜੋਗੀ ਕਹੀਐ ਸੋਈ, ਉਹੀ ਪਰਮੇਸ਼ਰ ਵਿੱਚ ਜੁੜਿਆ ਹੋਇਆ ਅਸਲ ਜੋਗੀ ਕਹੀਦਾ ਹੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਜੋਗ ਦਾ ਬਾਹਰ ਮੜੀ ਮਸਾਣੀ। ਇਹ ਸਿੱਧੋ ਘਰਾਂ ਨੂੰ ਛੱਡ ਕੇ ਬਾਹਰ ਜੰਗਲਾਂ ਤੇ ਮੜੀਆਂ ਮਸਾਣਾ ਭਾਵ ਸ਼ਮਸ਼ਾਨ ਭੂਮੀ ਵਿੱਚ ਰਹਿਣ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਗ ਨਾ ਤਾੜੀ ਲਾਈਐ, ਅਤੇ ਨਾ ਹੀ ਬਾਹਰੋਂ ਤਾੜੀ ਕਹਿੰਦੇ ਸਮਾਧੀ ਨੂੰ, ਐਵੇਂ ਵੇਖਾ ਵੇਖੀ ਸਮਾਧੀ ਲਾਉਣ ਨਾਲ ਭਾਵ ਅੱਖਾਂ ਬੰਦ ਕਰਕੇ ਬੈਠਣ ਦੇ ਨਾਲ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ। ਆਂਖ ਮੂੰਦ ਕੋ ਡਿੰਬ ਦਿਖਾਵੇ, ਕਲਗੀਧਰ ਜੀ ਦੇ ਬਚਨ ਨੇ, ਅੰਦਰ ਕੀ ਪਦਵੀ ਕਹਿ ਪਾਵੇ। ਜੋਗ ਨਾ ਦੇਸ ਦੇ ਸੰਦਰ ਭਵਿਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਰਮਣ ਦੇ ਵਿੱਚ ਵੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਗ ਨਾ ਤੀਰਥ ਨਾਈਐ, ਅਤੇ ਨਾ ਹੀ ਤੀਰਥਾਂ ਦੇ ਜਾ ਕੇ ਨਹਾਉਣ ਨਾਲ ਜੋਗ ਦੀ ਪ੍ਰਾਪਤੀ ਹੁੰਦੀ ਹੈ। ਅੰਜਨ ਮਾਹੇ ਨਿਰੰਜਨ ਰਹੀਐ, ਇਹ ਸਿੱਧੋ ਜੇਕਰ ਮਾਇਆ ਦੇ ਵਿੱਚ ਰਹਿੰਦੇ ਭਾਵ ਗ੍ਰਸਥ ਵਿੱਚ ਰਹਿੰਦਿਆਂ ਹੀ ਮਾਇਆ ਦੀ ਕਾਲਖ ਤੋਂ ਰਹਿਤ ਰਹਿਣਾ ਕਰੀਏ, ਭਾਵ ਗ੍ਰਸਥੀ ਬੰਧਨਾਂ ਦੇ ਵਿੱਚ ਨਾ ਫਸੀਏ ਜਾਂ ਨਿਰੰਜਨ ਸ਼ੁੱਧ ਸਰੂਪ ਪਰਮੇਸ਼ਰ ਵਿੱਚ ਜੁੜੇ ਰਹੀਏ। ਜੋਗ ਜੁਗਤ ਏਵ ਪਾਈਐ, ਇੰਜ ਪਰਮੇਸ਼ਰ ਵਿੱਚ ਜੁੜਨ ਰੂਪ ਜੋਗ ਦੀ ਜੁਗਤੀ ਨੂੰ ਪਾਈਦਾ ਹੈ, ਜਾਂ ਜੁੜਨ ਯੋਗ ਜੋ ਬ੍ਰਹਮ ਹੈ ਉਸ ਵਿੱਚ ਆਤਮਨੀ ਪਰਮਾਤਮਨੀ ਸੰਯੁਕਤੀ ਸਹਿਯੋਗਾ, ਇਹ ਰੂਪ ਜੁਗਤੀ ਪਾਈ ਦੀ ਹੈ। ਮਤਲਬ ਆਤਮਾ ਪਰਾਤਮਾ ਇੱਕੋ ਕਰੇ, ਅੰਤਰ ਕੀ ਦੁਬਿਧਾ ਅੰਤਰ ਮਰੇ। ਯੋਗ ਦਾ ਮਤਲਬ ਕੀ ਹੈ? ਜੁੜਨਾ। ਪ੍ਰਭੂ ਦੇ ਨਾਮ ਦੇ ਵਿੱਚ ਇੰਨੀ ਬਿਰਤੀ ਜੁੜ ਜਾਣੀ ਕਿ ਆਤਮਾ ਦੇ ਪਰਮਾਤਮਾ ਦਾ ਇੱਕਮਿਕ ਹੋ ਜਾਣਾ। ਸਤਿਗੁਰ ਭੇਟੈ ਤਾ ਸਹਸਾ ਟੂਟੈ, ਇਹ ਘਰ ਦੇ ਵਿੱਚ ਹੀ ਗੱਲਾਂ ਮਾਰਨ ਨਾਲ ਨਹੀਂ ਗੱਲ ਬਣਦੀ। ਜੇਕਰ ਗੁਰਦੁਆਰੇ ਆਏਗਾ ਸਤਿਗੁਰੂ ਸਾਹਿਬ ਜੀ ਉਹਨੂੰ ਮਿਲ ਪੈਣ, ਮਿਲਣ ਦਾ ਮਤਲਬ ਕੀ ਹੈ? ਕੀ ਪਰਿਭਾਸ਼ਾ ਮਿਲਣ ਦੀ? ਮਿਲੇ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰਿਆਤਮਾ ਜੋ ਮਿਲੇ ਮਿਲਿਆ ਕਹੀਐ ਸੋਏ। ਜਿਹੜਾ ਅੰਦਰੋਂ ਮਿਲਿਆ ਹੈ ਸਤਿਗੁਰੂ ਜੀ ਉਹਨੂੰ ਅੰਦਰੋਂ ਮਿਲ ਪੈਣ ਤਾਂ ਸਹਿਸਾ ਟੁੱਟੈ। ਪ੍ਰਮਾਣ ਪਰਮੇਗਤ ਆਦਿਕ ਜਿਹੜਾ ਸੰਸਾਰ ਹੈ ਇਹ ਟੁੱਟ ਜਾਂਦਾ ਹੈ। ਬਾਹਰੋਂ ਵੀ ਜਿੰਨੇ ਸਵਾਲ ਕੁਐਸਚਨ ਨੇ ਉਹ ਸਭ ਖਤਮ ਹੋ ਜਾਂਦੇ ਨੇ। ਧਾਵਤ ਵਰਜ ਰਹਾਈਆ, ਹਰ ਵਿਸ਼ਿਆਂ ਵੱਲ ਦੌੜਦਾ ਹੋਇਆ ਮਨ ਅਤਿੰਦਰੇ ਸਾਮਦਮ ਸਾਧਨਾ ਦੇ ਨਾਲ ਰੋਕ ਰੱਖੀਦੇ ਹਨ। ਨਿਜਰ ਝਰੈ ਸਹਿਜ ਧੁਨ ਲਾਗਾ, ਫਿਰ ਸ਼ਾਂਤੀ ਵਾਲੀ ਅਜਪਾ ਜਾਪ ਰੂਪ ਧੁਨੀ ਲੱਗ ਜਾਂਦੀ ਹੈ। ਅਜਪਾ ਜਾਪ ਨਾ ਵਿਸਰੈ ਆਜੁਗਾ ਸਮਾਏ। ਗੱਲ ਧਿਆਨ ਦੀ ਹੈ, ਜਿਹਦੇ 'ਚ ਧਿਆਨ ਲੱਗ ਗਿਆ ਉਹ ਸਿੱਧ ਹੋ ਜਾਏਗਾ। ਤੇ ਇਸ ਵਾਸਤੇ ਜੇ ਨਾਮ 'ਚ ਲੱਗ ਗਿਆ ਤਾਂ ਨਾਮ ਦੀ ਧੁਨੀ ਚੱਲ ਪਵੇਗੀ। ਘਰ ਹੀ ਪਰਚਾ ਪਾਈਐ, ਅਤੇ ਬ੍ਰਹਮਾਨੰਦ ਰੂਪ ਅੰਮ੍ਰਿਤ ਰਸ ਦਾ ਚਰਨ ਅੰਦਰੋਂ ਹੀ ਚਰਨ ਲੱਗ ਜਾਂਦਾ ਹੈ।
ਇਉਂ ਹਿਰਦੇ ਰੂਪ ਘਰ ਦੇ ਵਿੱਚੋਂ ਹੀ ਪ੍ਰੇਮ ਦਾ ਪਰਚਾ ਪਾ ਲਈਦਾ ਹੈ। ਅੰਜਨ ਮਾਹਿ ਨਿਰੰਜਨ ਰਹੀਐ। ਜੇਕਰ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਦੀ ਮੈਲ ਤੋਂ ਨਿਰਲੇਪ ਰਹੀਏ ਜਾਂ ਸ਼ੁੱਧ ਸਰੂਪ ਦੇ ਵਿੱਚ ਜੁੜੇ ਰਹੀਏ। ਜੋਗ ਜਗਤ ਏਵ ਪਾਈਐ। ਇਸ ਪ੍ਰਕਾਰ ਜੁੜਨੇ ਯੋਗ ਪਰਮੇਸ਼ਰ ਦੇ ਵਿੱਚ ਜੁੜਨ ਰੂਪ ਯੋਗ ਦੀ ਜੁਗਤੀ ਵਿਧੀ ਪਾ ਲਈ ਦੀ ਹੈ। ਨਾਨਕ ਜੀਵਤਿਆ ਮਰ ਰਹੀਐ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜੋ ਜੀਵਤ ਭਾਵ ਵੱਲੋਂ ਮਰ ਕੇ ਰਹਿਣਾ ਹੈ ਐਸਾ ਜੋਗ ਕਮਾਈਐ। ਅਜਿਹਾ ਹੀ ਪਰਮੇਸ਼ਰ ਵਿੱਚ ਜੁੜਨ ਰੂਪ ਜੋ ਕਮਾਉਣਾ ਕਰੀਏ। ਵਾਜੇ ਵਾਜਹੁ ਸਿੰਘੀ ਵਾਜੈ। ਸਵਾਦ ਤਾਂ ਹੈ ਜੇ ਵਜਾਉਣ ਤੋਂ ਬਿਨਾਂ ਹੀ ਸਿੰਘੀ ਵੱਜਦੀ ਰਹੇ। ਭਾਵ ਬਾਹਰਲੇ ਸੰਖ ਘੜਿਆਲ ਜਾਂ ਸਿੰਘੀ ਵਜਾਉਣ ਤੋਂ ਬਿਨਾਂ ਹੀ ਜੋ ਇੱਕ ਰਸ ਬ੍ਰਹਮਾਕਾਰ ਬਿਰਤੀ ਹੋ ਕੇ ਲਿਵ ਲੱਗਣੀ ਹੈ, ਇਹੀ ਸਿੰਘੀ ਵੱਜਣ ਲੱਗ ਪਵੇ। ਜੋਗੀਆਂ ਦੀ ਤੁਰੀ ਜੋ 12 ਸਿੰਘਾਂ ਦੇ ਸਿੰਘ ਦੀ ਹੁੰਦੀ ਹੈ ਉਹਨੂੰ ਸਿੰਘੀ ਕਹਿੰਦੇ ਨੇ। ਜਦੋਂ ਮੌਜ ਮਸਤੀ 'ਚ ਆਉਂਦੇ ਨੇ ਉਦੋਂ ਸਿੰਘੀ ਵਜਾਉਂਦੇ ਨੇ, ਤੇ ਬਿਨਾਂ ਹੀ ਵਜਾਉਣ ਤੋਂ ਜੇ ਸਿੰਘੀ ਵੱਜੇ ਤਾਂ ਅਸਲੀ ਆਨੰਦ ਹੈ। ਮਹਾਰਾਜ ਕਹਿੰਦੇ ਨੇ ਆਓ ਨਿਰਭਉ ਪਾਦ ਪਾਈਐ। ਤਾਂ ਭੈ ਤੋਂ ਰਹਿਤ ਸਰੂਪ ਦੀ ਪਦਵੀ ਪ੍ਰਾਪਤ ਕਰੀਦੀ ਹੈ। ਸਾਡੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸਾਹਿਬ ਦੇ ਨਜ਼ਦੀਕ ਇੱਕ ਬਰਿਆਰ ਪਿੰਡ ਹੈ। ਬਰਿਆਰ ਉੱਥੋਂ ਦੇ ਇੱਕ ਜੱਟ ਸਾਧ ਬ੍ਰਹਮ ਗਿਆਨੀ ਹੋਏ ਨੇ, ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ। ਉਹਨਾਂ ਦੇ ਤਾਂ ਮੈਂ ਦਰਸ਼ਨ ਨਹੀਂ ਕੀਤੇ, ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਵੇਲੇ ਸੀਗੇ, ਪਰ ਉਹਨਾਂ ਦੀ ਧਰਮ ਸੁਪਤਨੀ ਬਜ਼ੁਰਗ ਮਾਤਾ ਨੂੰ ਮੈਂ ਜ਼ਰੂਰ ਮਿਲਿਆ। ਹਰ ਕਈ ਬ੍ਰਹਮ ਦੇ ਬਚਨ ਵੀ ਹੋਏ ਹਨ, ਉਹ ਵੀ ਬ੍ਰਹਮ ਗਿਆਨੀ ਸੀ। ਹੱਥਾਂ ਦੇ ਵਿੱਚ ਪਰਮਾਤਮਾ ਨੇ ਇੰਨੀ ਬਰਕਤ ਪਾਈ, ਘਰ ਦੇ ਛੋਟੇ ਛੋਟੇ ਟਿਫਨਾਂ ਦੇ ਵਿੱਚ ਨਾਸ਼ਤਾ ਬਣਾ ਕੇ ਲਿਆਉਣਾ, ਪਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਲਿਆਉਣਾ 15-20 ਸਿੰਘਾਂ ਵਾਸਤੇ, ਤੇ 10-12-15 ਹੋਰ ਵੀ ਬੈਠ ਜਾਣੇ, ਪਰ ਉਹ ਕਦੀ ਘਟਿਆ ਨਹੀਂ ਸੀ ਵੇਖਿਆ। ਬਾਅਦ ਦੇ ਵਿੱਚ ਫਿਰ ਉਹਨਾਂ ਆਪ ਵੀ ਛਕਣਾ। ਪਰ ਮਾਇਆ ਧੇਲੇ ਦੇ ਵਿੱਚ ਵੀ ਇੰਨੀ ਬਰਕਤ ਸੀਗੀ। ਭਲਾਈ ਜਿੱਥੇ ਫਾਊਂਡਰੀ ਹੈ, ਲੋਹੇ ਦੀ ਫਾਊਂਡਰੀ, ਦੁਰਗ ਸ਼ਹਿਰ ਦਾ ਨਾਮ ਹੈ। ਭਲਾਈ ਉਹਦੇ ਲਾਗੇ ਇੱਕ ਕਸਬਾ ਹੈ, ਸਮਝ ਲਓ ਵੀ ਮੋਹਾਲੀ ਦਾ ਇੰਡਸਟਰੀਅਲ ਏਰੀਆ, ਉੱਥੇ ਫਾਊਂਡਰੀ ਇੰਡਸਟਰੀ ਹੈ। ਲੋਹੇ ਦੀਆਂ ਫੈਕਟਰੀਆਂ ਬੜੀਆਂ ਬੜੀਆਂ ਵੱਡੀਆਂ ਨੇ। ਉਹਨਾਂ ਫੈਕਟਰੀਆਂ ਦੇ ਵਿੱਚ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਕਿਰਤ ਕਰਦੇ ਰਹੇ, ਨੌਕਰੀ ਕਰਦੇ ਰਹੇ, ਤੇ ਉਹ ਮਹਾਂਪੁਰਖਾਂ ਨੂੰ ਟਕਸਾਲ ਦੇ ਜਥੇ ਨੂੰ ਬੁਲਾਉਂਦੇ ਰਹੇ। ਉਹਨਾਂ ਦੇ ਵੇਲੇ ਤਾਂ ਸਮਾਂ ਸਾਥੋਂ ਪਹਿਲਾਂ ਗੁਜ਼ਰ ਗਿਆ, ਪਰ ਜਿਹੜਾ ਸਮਾਂ ਮੈਂ ਵੇਖਿਆ ਹੈ, ਇੱਕ ਵਾਰ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਮਾਤਾ ਭੁੱਲਰ ਦੀ ਫਾਂਸੀ ਰਕਵਾਉਣ ਵਾਸਤੇ ਦਿੱਲੀ ਰੋਸ ਮੁਜ਼ਾਹਰੇ ਦੇ ਵਿੱਚ ਜਾ ਕੇ ਮੈਂ ਸ਼ਾਮਲ ਹੋਣਾ, ਤੇ ਹੁਣੇ ਜਾਣਾ, ਤੇ ਅੱਜ ਹੀ ਪਹੁੰਚਣਾ ਹੈ, ਤੇ ਜਿੰਨੇ ਵੀ ਸਿੰਘ ਨੇ ਸਭਨਾਂ ਦੀਆਂ ਜਹਾਜ਼ ਦੀਆਂ ਟਿਕਟਾਂ ਹੁਣੇ ਕਰਾਓ। ਉਹਨੇ ਥੋੜ੍ਹੇ ਸਮੇਂ ਦੇ ਵਿੱਚ
अज तो 10-15 साल पहलों की गल है, 1.5 लाख रुपया संगत के कोलों लिया के महापुरखों के चरणों च रखता। इन्नी बरकत सीगी। फिर आप बेनती की, महापुरखो ये माया संगत दी है, आप जी जाओ 2 सिंगां नूं नाल लै जाओ, ते बाकी माया आपां टिकटां ते क्यों लाउणी है, किसी होर सेवा दे विच लगेगी, आपां बस्सी आउंदे आ, क्योंकि तुहाडा जाना जरूरी है। सो उत्थे फिर महाराज की पंक्ति याद आई, प्रभ कै सिमरन रिद सिद्ध नौ निध, प्रभ कै सिमरन ज्ञान ध्यान तद बुध। वो माता जी ने दसना भी अज नाम इन्ना तेज चल रहा, तो महापुरख चले भी गए, इउं महसूस होंदा भी इत्थे ही ने। सो इन्ना संगत दा प्यार, जो संत करतार सिंह जी बरियारा वाले, इन्नी उच्ची अवस्था सी उन्हां दी, उत्थे एक संगत दा घर बनाया, गुरु साहिब दा प्रकाश, जिन्हों आपां गुरुद्वारा साहिब भी कह सकते हैं। इट्टां दी या संगमरमर दी बिल्डिंग नहीं मैं वेखी, आम एक झोंपड़ा जिहा, टैंपरेरी भी नहीं, वधिया तरीके दा सोहना कखा कणा दा झोंपड़ा, जिहदे विच 100-150 प्राणी खुले आम बैठ सके। उत्थे महापुरख जिन्ने भी वो मजदूर मिस्त्री उन्हां दे साथी हुंदे पंजाब दे, उन्हां नूं नाल लै के कीर्तन करिया करदे। कीर्तन दे विच बड़े माहर सन। एक उत्थे जोगी आ गया, कहन लगा, महापुरखो जो गुरु नानक साहब ने बाणी दे विच लिखिया होया है, बिन बजाई किंगुरी बाजै जोगी, ऐसे किंगुरी बजाए। इत्थे भी यही गल आई है, वाजे बाजों सिंगी वाजै। आ हुण किंग पई है, उहदे कोल किंग सीगी, सिंगी सीगी। कहन लगा जी जिन्ना चिर आपां वजावांगे नहीं, इहदे विच फूक मार के ये 12 सिंगी दी सिंगी वजेगी किवें, दसो। ते बाणी दे विच किवें लिखिया होया, हुण वाजा ते वजाए तो वजूगा, भावें 100 साल प्यारे, जिन्ना चिर आपां नगारा खड़कावांगे नहीं, वाजे नूं वजावांगे नहीं, वो तो पिया पिया थोड़ी वजूगा, वजाउणा तां पऊगा। पर बाणी विच इवें किवें लिखिया होया कि वाजे बाजों सिंगी वाजे, बिना वजाउण तो ही सिंगी वजे तां आनंद है। महापुरख कहंदे भाई गुरु नानक साहिब दी बाणी बिल्कुल 101% सच है, इहदे विच झूठ नहीं लिखिया हुंदा। जे सिंगी बिना वजाउण तो वजदी है ते तां महाराज ने लिखिया है, पर इहदा लॉजिक, इहदा भाव अर्थ, श्री गुरु नानक देव जी की बाणी ते कबीर साहब की बाणी मैं समझदा भी इक्को जही है। इनू पढ़न मात्र समझना बड़ा कठिन है। इहदे विच अलंकार हुंदा है, इहदे च भाव हुंदा है, लॉजिक हुंदा है, कोई ना कोई इहदे विच गोहज भेद गुरु साहब ने रखिया हुंदा है। जे वो लॉजिक समझ आ जाए, बाणी भावपूरत है, जो गुरु साहब कहना चाहते हैं जो समझ आ जाए, तां ही गुरबाणी नूं समझिया जा सकता है। इत्थे गुरु साहब के कहने का भाव कुछ होर है। प्रतख मूँह दे नाल फूक मार के प्रतख सिंगी वजाउण का भाव नहीं है, ये तो अंदर दी सिंगी का भाव है। गुरु साहब की कृपा नाल तैनूं असीं मजा के दिखाउंदे हां, इत्थे बैठ जा। उन्होंने अरदास की, संगत जुड़ी हुई सी ते वाजे ते रखिया हथ, अखां कर लियां बंद।
ਗੁਰਬਾਣੀ ਦੇ ਸ਼ਬਦ ਦਾ ਕੀਰਤਨ ਸ਼ੁਰੂ ਕਰ ਲਿਆ ਤੇ ਕੀਰਤਨ ਕਰਦਿਆਂ ਕਰਦਿਆਂ ਸੋਹਣੇ ਸਾਜ਼ ਵਜੇ, ਜੋੜੀ ਵਜੀ, ਆਵਾਜ਼ਾਂ ਵਜੀਆਂ, ਬੜਾ ਆਨੰਦ ਬਣਿਆ। ਉਹਦੇ ਵਿੱਚ ਜਿਸ ਤਰ੍ਹਾਂ ਖੰਡ ਕੀਰਤਨੀਆਂ ਕਰਦੇ ਨੇ, ਵਿੱਚ ਵਾਹਿਗੁਰੂ ਦੀ ਧੁਨੀ ਲਾਤੀ, ਵਾਹਿਗੁਰੂ 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 ਵਾਹਿ ਜੀਓ, ਕਬਲ ਨੈਣ ਮਧੁਰ ਬੈਣ ਕੋਟ ਸੈਨ ਸੰਗ ਸੋ, ਕਹਿਤ ਮੰਝ ਸੋਧ ਜਿਸੈ ਦਹੀਂ ਬਾਤ ਖਾਹੇ ਜੀਓ, ਦੇਖ ਰੂਪ ਅਤਿ ਅਨੋਮ ਮੋਹ ਮਹ, ਮੋਹ ਮਹ ਮਗ ਭਈ ਕਿੰਕਣੀ ਸ਼ਬਦ, ਚਨਤਕਾਰ ਖੇਲ ਪਾਹੇ ਜੀਓ, ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ, ਈਸ ਬ੍ਰਹਮ ਗਿਆਨ ਧਿਆਨ ਧਰਤ ਹੀਐ ਚਾਹੇ ਜੀਓ, ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਹੀ, ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਕੋਈ। ਬੜੀ ਮਿੱਠੀ ਧੁਨ ਦੇ ਵਿੱਚ ਉਹਨਾਂ ਵਾਹਿਗੁਰੂ ਦਾ ਜਾਪ ਜਦ ਸੰਗਤ ਕੋਲੋਂ ਕਰਾਇਆ, ਸਾਰੇ ਇਕੱਠੇ ਜਦ ਬੋਲੇ ਤਾਂ ਉਹ ਸੰਗਤ ਘਰ ਗੂੰਜਣ ਲੱਗ ਪਿਆ। ਹੌਲੀ ਹੌਲੀ ਮਹਾਂਪੁਰਖਾਂ ਨੇ ਆਵਾਜ਼ਾਂ ਬੰਦ ਕਰ ਦਿੱਤਾ, ਜੋੜੀ ਵਾਲੇ ਨੇ ਜੋੜੀ ਵਜਾਉਣੀ ਬੰਦ ਕਰ ਦਿੱਤੀ, ਕੇਵਲ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਬੋਲੀ ਜਾ ਰਹੇ ਨੇ। ਮਹਾਂਪੁਰਖ ਆਪ ਵੀ ਚੁੱਪ ਕਰ ਗਏ, ਹੌਲੀ ਹੌਲੀ ਸੰਗਤ ਵੀ ਚੁੱਪ ਕਰ ਗਈ। ਜਦ ਜੋਗੀ ਨੇ ਦੇਖਿਆ ਆਵਾਜ਼ਾਂ ਵੀ ਬੰਦ ਹੈ, ਜੋੜੀ ਵੀ ਨਹੀਂ ਵੱਜ ਰਹੀ, ਸੰਗਤ ਵੀ ਚੁੱਪ ਹੈ, ਪਰ ਸਭਨਾਂ ਦੀਆਂ ਅੱਖਾਂ ਬੰਦ ਨੇ, ਮਹਾਂਪੁਰਖਾਂ ਦੇ ਬੁੱਲ ਵੀ ਮਿਚੇ ਹੋਏ ਨੇ, ਨੇਤਰ ਬੰਦ ਨੇ, ਪਰ ਆਵਾਜ਼ ਉਹਨੂੰ ਕੀਰਤਨ ਦੀ ਉਸੇ ਤਰ੍ਹਾਂ ਆ ਰਹੀ ਹੈ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਦੀ ਆਵਾਜ਼ੇ ਵੱਲ ਵੇਖੇ ਵੀ ਆਵਾਜ਼ਾਂ ਤਾਂ ਵੱਜ ਨਹੀਂ ਰਿਹਾ, ਕਦੀ ਜੋੜੀ ਵੱਲ ਵੇਖੇ ਜੋੜੀ ਵੀ ਨਹੀਂ ਵੱਜ ਰਹੀ, ਕਦੀ ਮਹਾਂਪੁਰਖਾਂ ਦੇ ਮੂੰਹ ਵੱਲ ਵੇਖੇ ਉਹ ਬੋਲ ਨਹੀਂ ਰਹੇ, ਪਰ ਆਵਾਜ਼ ਉਹਨਾਂ ਦੀ ਉਹਦੇ ਕੰਨੀ ਸੁਣੀ ਜਾ ਰਹੀ ਹੈ। ਉਸੇ ਤਰ੍ਹਾਂ ਇੱਕ ਰਸ ਕੀਰਤਨ ਦੀ ਧੁਨੀ ਉਹਦੇ ਕੰਨਾਂ ਦੇ ਵਿੱਚ ਪਈ ਤੇ ਜਦ ਭੋਗ ਪਿਆ ਕਹਿੰਦੇ ਸੁਣੀ ਸਿੰਘੀ ਬਿਨਾਂ ਵਜਾਏ ਤੂੰ ਇੰਜ ਵੱਜਦੀ ਹੈ। ਉਹ ਚਰਨੀ ਡੈ ਪਿਆ ਕਿ ਧੰਨ ਗੁਰੂ ਦੀ ਬਾਣੀ ਤੇ ਧੰਨ ਬਾਣੀ ਨੂੰ ਕਮਾਉਣ ਵਾਲੇ ਗੁਰੂ ਦੇ ਸਿੱਖ ਇੰਜ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਵਾਜੇ ਬਾਜਾ ਹੋ ਸਿੰਘੀ ਵਾਜਾ, ਵਜਾਉਣ ਤੋਂ ਬਗੈਰ ਜੇ ਸਿੰਘੀ ਵੱਜਦੀ ਰਹੇ, ਭਾਵ ਬਾਹਰਲੇ ਸੰਖ ਘੜਿਆਲ ਜਾਂ ਸਿੰਘੀ ਨੂੰ ਵਜਾਉਣ ਤੋਂ ਬਿਨਾਂ ਇੱਕ ਰਸ ਤਹ ਜਿਸ ਤਰ੍ਹਾਂ ਵਾਜੇ ਅਨਹਦ ਤੂਰੇ। ਆਨੰਦ ਸਾਹਿਬ ਦੇ ਵਿੱਚ ਵੀ ਲਿਖਿਆ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਤੇ ਕਲਾ ਜਿਤ ਕਰ ਧਾਰੀ ਹੈ। ਇੰਜ ਜਿਹੜੀ ਬ੍ਰਹਮਾਕਾਰ ਬਿਰਤੀ ਹੋ ਕੇ ਲਿਵ ਲੱਗਣੀ ਹੈ, ਅੰਦਰਲੇ ਵਾਜੇ ਅਜੱਪਾ ਜਾਪ ਦੀ ਧੁਨੀ ਸਰਵਣ ਕਰਨੀ ਹੈ, ਇਹੀ ਸਿੰਘੀ ਮੰਜ਼ਿਲ ਲੱਗ ਪਏ। ਤਾਉ ਨਿਰਭਉ ਪਾਦ ਪਾਈਐ, ਭੈ ਤੋਂ ਰਹਿਤ ਸਰੂਪ ਦੀ ਪਦਵੀ ਪ੍ਰਾਪਤ ਕਰੀ ਦੀ ਹੈ। ਨਿਰੰਜਨ ਮਾਹਿ ਨਿਰੰਜਨ ਰਹੀਐ, ਇੰਜ ਜੇਕਰ ਮਾਇਆ ਦੇ ਵਿੱਚ ਰਹਿੰਦੇ ਹੋਇਆ ਮਾਇਆ ਦੀ ਕਾਲਖ ਤੋਂ ਨਿਰਲੇਪ ਰਹੀਏ ਜਾਂ ਸ਼ੁੱਧ ਸਰੂਪ ਬ੍ਰਹਮ ਦੇ ਵਿੱਚ ਜੁੜੇ ਰਹੀਏ। ਜੋਗ ਜਗਤ ਤਾਉ ਪਾਈਐ, ਤਦ ਹੀ ਪਰਮੇਸ਼ਰ ਵਿੱਚ ਜੁੜਨ ਰੂਪ ਯੋਗ ਦੀ ਜੁਗਤੀ ਵਿਧੀ ਨੂੰ ਪ੍ਰਾਪਤ ਕਰ ਲਈਦਾ ਹੈ। ਡਾਕਟਰ ਸਰੂਪ ਸਿੰਘ ਜੀ ਅਲੱਗ ਲੁਧਿਆਣੇ ਅਰਬਨ ਅਸਟੇਟ ਦੇ ਵਿੱਚ 500 ਤੇ ਕੁਝ ਨੰਬਰ ਉਹਨਾਂ ਦੀ ਕੋਠੀ ਹੈ। ਮੈਂ
किताबां लैण लई उन्हां दी कोठी गया हाँ। जो पंजाबी यूनीवर्सिटी पटियाले का भाषा विभाग है, ये डायरैक्टर रिटायर होए ने, तो उन्हां दे विच इह गुण है कि जिहड़ी किताब लिखदे ने पंजाबी च भी फिर अंग्रेजी विच भी, क्योंकि जिहड़ी पंजाबी है वो तो अंबाले तक ही है, ये भी मिक्स हो जाती है, अगे तो फिर बोली बदल जाती है। जे दिल्ली तो जहाज़ से चढ़ जाओ तो फिर पंजाबी च गल करनी औखी हो जाती है। गुरु साहिबां दा गुण सीगा कि जिहड़ा भी साहिबां दे कोल आउंदा ओहदी आप दी बोली विच ओहदे नाल गल करदे सी ते वो फिर बड़ा प्रसन्न हो जाता। इंज जिस तरह की कोई बोली जानता है जी, उहदी बोली दे विच उहनूं समझाइए तां सिੱਖੀ दा गुरबाणी दा प्रचार वध सकदा है। ते फिर वो जिन्नियां भी किताबां लिखते हैं उन्हां दा मुੱਲ कोई नहीं लैंदे, वो फ्री ऑफ कॉस्ट सेवा दे विच संगतां च वंडदे ने। खुद मैं आप किताबां फ्री लैके आया। एक उन्हां दी पुस्तक है डिठे सभे थाव, अजीत अखबार दे विच भी वो किताब दे अंश छपदे ने, जिहड़ा धर्म ते विरसा चैप्टर है। PhD होल्डर डॉक्टर ਸਰੂਪ ਸਿੰਘ जी अलग, उन्होंने डिठे सभे थाव इस पुस्तक दे विच हरमंदर साहिब दे विच जो कीर्तन हुंदा उहदी बाबत शरधा वाला बचन लिखिया। जिवें आपां लाइव ते कीर्तन सुनदे घर बैठिया सब कुछ सानूं प्राप्त है। अजकल समा तब्दील हो गया। पुराना टाइम सीगा, महापुरख तरले मारदे हंब गए सरकार दे। आनंदपुर के मते विच एक मता सी कि हरमंदर साहिब तो जिहड़ा कीर्तन है वो ब्रॉडकास्ट किया जाए ताकि संगत सुन सके। अजकल प्राइवेट कंपनियां ने यह उद्यम किया है, हजूर साहिब तो ते हरमंदर साहिब तो घर बैठे मोबाइलों तो भी आप सुन सकते हैं। पर पुराना समा कहते एक गोरा पाकिस्तान कोई मैच मूच सीगा या किसी बहाने दे नाल वो सैर सपाटा करन आए, उतों इंडिया आ गए। बाकी तो नाल दे कोई ताज महल कहता जाना, कोई किते जाना, वो कहता तुसीं जाओ, मैं तो दरबार साहिब जाऊँगा। उन्हें दरबार साहिब की महिमा सुनी सी। वो गोरा शरधा दे नाल हरमंदर साहिब आया, भावें कि उन्हें दसिया कि मेरी बोली दे विच कीर्तन नहीं सी हो रहा, बोली कोई होर सीगी, पर मत्था टेकदे ही मैनू बड़ा सुकून महसूस होया। हर गुरु साहिब की कृपा दे नाल जो गुरबाणी का कीर्तन हो रहा सी मैनू सारी समझ आ रही सी, जो महाराज कह रही सी। घंटा सवा डेढ़ घंटा बैठ के रागियां दे मगर कहंदा मैं कीर्तन सुनिया और मैनू सारी समझ आई। जिन्ने शब्द मैं सुने जिहड़े टाइम ते सुने, हुण मैं जिथे भी हुंदा हाँ घंटा डेढ़ घंटा जिन्ना चिर मैं हाजरी जिहड़े टाइम दे भरी उस टाइम ते मेरा चैनल दरबार साहिब दा चालू हो जांदा। उस टाइम ते जिहड़ा रागी कीर्तन करदा होवे, जिहड़ा शब्द चलदा होवे, वो मेरे चैनल ते अपने आप ही आ जांदा, बिना मोबाइल तो, बिना किसी रिसीवर तो, बिना किसी बिजली यंत्र इंस्ट्रूमेंट तो, आप दे आप ही गुरु नानक साहिब की कृपा नाल मैं उस वक्त दस सकदा भी आह रागी कीर्तन कर रहा ते आह शब्द चल रहा। मैनू घंटा एक पूरा गुरबाणी का कीर्तन दरबार साहिब का सुनदा, इन्नी बख्शिश महाराज की हुई। ये है
बिना बजाई तो माजा वजना ते किंग वजनी। जिन्हों गुरु साहब ने आखिया अंदरली धुन, धुन में ध्यान, ध्यान में जानिया गुरमुख अकथ कहानी। ये जिहड़ी कथा है अकथ है, जो गुरमुख प्यारियां दी आप नूं सरवण करवाई है। आम बंदे दे मनण विच ये गल्लां नहीं आउंदियां हन। हुण जे कोई सानू आखूगा आपां कहांगे आपां तां नहीं मनदे जी, इस तरह नहीं हो सकदा। पर गुरु घर दे विच सब कुछ है। सो अजपा जाप ना विसर, आद जुगाद समाए। बिना जाप तो जाप होना ते बिना ही कुछ करन दो आप दी आप ही आनंद मंगल बनना। मन चाओ भया प्रभ आगम सुनिया, हर मंगल गाओ सखी करो मंदिर बनिया। हर गाओ मंगल नित सखीए, सोग दुख न व्यापे। गुर चरण लागे दिन सुभागे, अपना बिरजा पे। पहला साइकिल हुंदे सीगे तो पैंडल दे पैंडल मारी जाना साहो साह। अजकल मोटरसाइकिल ने माड़ी जी किक मारो, मेरे को तो अजे भी किक वाला। वो अजकल तो सुच वाले आ गए ने, माड़ा जा सुच नप्पो सैल्फ स्टार्ट, मुड़ के चुप करके साफ करके उत्ते बैठ जाओ, साफ बन के बस रेस ही देनी है। जिन्ना तुहाडा दिल करदा ते भजी जाओ ते भजाई जाओ, चढ़दी कला। ना जोर ना हेंग ना फड़कड़ी। ते इस तरह की गल सही बनती है। पहलो पहल तो सिर दर्द ते गोडे पीड़ ते मर बुरे हाल, लक दूरा हो जाता। ना बंदा तां हो सकता ना ठां हो सकता, इन्ना सिर फटदा ते नक कहंदा भी मैं तो है ही नहीं। अखां जो पानी बुरे हाल। ते जद महाराज साहब की कृपा हो जाती है ते फिर भाई रे सुख साध संग पाया। उत्थे फिर दुख का कोई नामो निशान नहीं, फिर तो सुख मिलता। फिर उत्थे तो चुप करके रेस ही देनी है बस, जिन्ना क बंदा साम सके, जिन्ना भी तेज कर सकता। जिन्नी एकांत है उन्ना वध आनंद ते सुख है। उत्थे बस सुनना ही है, करना कुछ नहीं। तो इस वास्ते महाराज साहब की जिन्हां दी कृपा है वो अजपा जाप की धुनी दे विच आनंद प्राप्त करते हैं। उन्होंने कहते ने सहज सहज गुण रमै कबीरा। सहज ज्ञान द्वारा जब महाराज साहब की कृपा हो जाए तो वाहिगुरु के गुण आप दे आप ही उचारण होंदे हन। ये बंदे दी वस की कोई गल नहीं है, ये रब की कृपा की बात है, जिहदे ते भी जदों भी हो जाए। निरभाओ पाद पाइया। जे माया दे विच रहिंदे होए ते माया तो रहत हो जाइए। साडा मन जिहड़ा है माया नाल जुड़िया होया, माया सानू रब देई जांदा है। साडा मन पदार्थां नाल जुड़िया होया, पदार्थां दा गुरु साहब ने कोई घाटा नहीं रखिया। जे मन किते रब की कृपा नाल बाणी विच जुड़ जाए, वाहिगुरु नाम दे विच जुड़ जाए, तां फिर वाहिगुरु नाम भी सिद्ध हो जाए। जिवें माया सिद्ध हुई है, पदार्थ सिद्ध हुए ने। दुनिया हैरान है भी साठ तो दा काम करके भी गुजारा नहीं होंदा, ये विहले बैठे पता नहीं कित्थों। तो इस वास्ते रिद्ध सिद्ध नाम है की दासी। पर महाराज ने आख्या रिद्ध सिद्ध सा मोह है, नाम न वसै मन आए। जिहड़े असली संत साधु ने, रब दे प्यार वाले ने, वो नाम दी बाणी नूं चाहुंदे ने। इस करके जिन्ने भी भगतां दी बाणी श्री गुरु ग्रंथ साहिब च दर्ज है, उन्होंने सारिया ने विशेष तौर पर कबीर जी, रविदास जी, नामदेव जी वर्गिया ने रब दे कोलों गरीबी मंगी है। साडे सब तो वड्डे सतगुरु नानक देव जी होए ने, जो पहले नंबर ते दुनिया तारन आए। जदों भी सचखंड विचों आए ने तो उन्होंने भी भाई गुरदास जी ने आख्या, नौ निध नाम गरीबी पाई।
रब दे कोलों जद महाराज ने आख्या भी दस तैनूं की चाहिदा, विष्णु गया है 24 अवतार, वो बड़ियां शक्तियां लैके गया है, बड़ा उन्होंने धन पदार्थ आदि बहुत कुछ दिता है। होर कई देवी देवतियां दे अवतार गए ने, मेरे कोलों बड़ा कुछ लैके जांदे। हे गुरु नानक साहब, तैनूं दुनिया तारन लई मैं भेज रहा, दस तैनूं की चाहिदा। ते साहिबां ने तुसीं हैरान होवोगे वाहिगुरू दे कोलों की मंगिया। कहंदे महाराज निमरता सहित आपदे नाम दी भगती दी दात बख्शिश करो। गरीबी नाम है निमरता दा, मैनू महाराज गरीबी चाहिदी है। जिहड़ा अमीरां वाला शौं फूं हुंदा है, जिथे अहंकार आ गया उत्थे भगवान नहीं है। हर जीव अहंकार न भावे वेद कूक सुनावे। भाई गुरदास जी लिखते ने, कहंदे नौ नित नाम गरीबी पाई। उन्होंने सो जिहड़ा नौ निधियां दा खजाना है वाहिगुरू दा नाम, इहदे सहित रब दे कोलों गरीबी दी दात मंगी है कि महाराज सानू गरीब रख। गरीबी विच परमात्मा याद आउंदा है। उंज लोड़ दियां चीज़ां दा सबना ने मंगियां ने। धन्ना गोपाल तेरा यारता, जो जन तुमरी भगत करन ते तिनके का सवारता। रहाओ दाल सीधा मांगो कियो, हमरा खुशी करे न तजियो। पर उन्हां च मन नहीं कढ़िया, मन नाम च रखिया है। कहंदे जरूरतां तां पूरियां होणियां चाहिदियां। कबीर जी मैंने भी लिखिया, पाओ की ओ संग लूना, अत सिर मांगो दाले, मोको दोनों वक्त जवाले। जिहदा गुजारा ही नहीं उहदा ध्यान फिर गुजारे वाल रहूगा। गुजारे जोगा चाहिदा। गृह शोभा जा करे नाहे, आबत पईया खुदे जाहे। वो गृहस्थी का घर जिस च माया की प्रभुता नहीं, मतलब जरूरत ही पूरी नहीं होंदी। आउंदे जांदे राही रिश्तेदार दोस्त मित्र प्राहुणे भुखे जांदे ने, वो भी गल चंगी नहीं। वाकई अंतर नहीं संतोख, वो गृहस्थी के मन च ते धरवास नहीं बनता, संतोख नहीं हुंदा। बिन सुहागन लागे दोख, सो माया तो बिना गृहस्थ ते गिला आउंदा है। इसलिए धन सुहागन महापवीर, जे संता कोल माया आई भी है ते वो बड़ी पवित्र हो गई, क्योंकि उन्होंने सेवा साधु संतां दी सेवा दे विच लाउणा कीती। तबे तपीसा डोले जीत, भगती तो बिना वड्डे वड्डे तपियां दे मन भी डोल जांदे ने। भाव जे शरीर दे निर्वाह लई माया ना मिले तां तपी भी घबरा जांदे हन। सो इंज दोवें पक्ष हन। सो गुरु महाराज सच्चे पातशाह कृपा करन, साडा जो ध्यान है, साडा जो मन है, वो बाणी दे विच महाराज दे नाम दे विच जुड़ जाए। जन माहि निरंजन रहिया, माया दा ढेर लगा होवे। धन गुरु रामदास साहब दे अगे ते मजाल है किते महाराज माया पैसे वाल वेख लैण। श्री गुरु रामदास जी का वैराग पहले नंबर ते साखियां में लिखिया होया है भी जद भी बाणी उचारदे कथा कीर्तन करते सन। सारे रागां च बाणी है जिन्ने महाराज ने, ते पर उन्हां दा ध्यान माया च नहीं, गुरु महाराज की बाणी दे विच नाम दे विच। जद नेत्रा नूं बंद कर दे ते बंद दे विचों ही वैराग दा जल गिरदा रहिंदा। कदी पदार्थां वल आउंदे तां बथेरे सी, चौं दरवाजियां थाणी अज भी उसे तरह ही है। पर सच्चे पातशाह केवल कीर्तन ते नाम दे विच ध्यान जोड़दे। सिखां नूं भी यही हुक्म है। वो तां विचारी सेवा करन आउंदी है, कोई मत्था टेकण आया जां सेवा करन आया, मैनूं माफ़ करना। तो जे साडा ध्यान मत्था टेकण वाले जां सेवा वाले वाल हो गया, दसो किन्ना क चंगा लगूगा। वेखण वाला कहूगा भी तां वेखी जांदा भी अगला मत्था टेकण आया है, सेवा कर रहा शरधा नाल, इहदा ध्यान ही उस पासे है, चंगे नहीं ना लगांगे। वो माया तो बेचारी सेवा करन आई है, मत्था टेकण आई है।
ਆਪਾਂ ਧਿਆਨ ਹੀ ਇਹਦੇ 'ਤੇ ਕੇਂਦਰਿਤ ਕਰ ਲਿਆ, ਮਹਾਰਾਜ ਦੇ ਦਰਸ਼ਨ ਕੀਤੇ ਹੋਏ ਨਹੀਂ, ਰੁਮਾਲਾ ਲਾ ਕੇ ਬਾਣੀ ਦਾ ਪਾਠ ਪੜ੍ਹਿਆ ਹੀ ਨਹੀਂ, ਤਾਂ ਫਿਰ ਮਹਾਰਾਜ ਕਿੰਨਾ ਕੁ ਚੰਗਾ ਸਮਝਣਗੇ। ਐਸੀ ਇਸਤਰੀ ਇੱਕ ਰਾਮ ਉਪਾਈ, ਪ੍ਰਭੂ ਨੇ ਜੀਵਾਂ ਦੇ ਮਨ ਭੁਲਾਉਣ ਵਾਸਤੇ ਇੱਕ ਬੀਬੀ ਬਣਾਈ ਹੈ, ਉਹਦਾ ਨਾਮ ਹੈ ਮਾਇਆ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗੁਰਦੁਆਰਾ ਨਗੀਨਾ ਘਾਟ ਸੱਚਖੰਡ ਹਜੂਰ ਸਾਹਿਬ ਗੋਦਾਵਰੀ ਦੇ ਕਿਨਾਰੇ 'ਤੇ ਬਿਲਕੁਲ ਸਾਹਮਣੇ ਬਾਬੇ ਅਤਰ ਸੋਂ ਦਾ ਤਪ ਸਥਾਨ ਹੈ, ਜਿੱਥੇ ਉਹਨਾਂ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਸੀ। ਸਾਰੇ ਮਹਾਂਪੁਰਖ ਉੱਤੇ ਜਾ ਕੇ ਜਪ ਤਪ ਕਰਦੇ ਰਹੇ। ਇਹ ਭਿੰਡਰਾਂ ਵਾਲੇ ਸੰਤ ਉੱਥੇ ਜਪ ਤਪ ਕਰ ਰਹੇ, ਭਜਨ ਬੰਦਗੀ। ਹੁਣ ਮਨ ਦਾ ਤਾਂ ਕੀ ਪਤਾ ਕਿਹੜੇ ਵੇਲੇ ਉਹਨੇ ਨਿਕਲ ਜਾਣਾ। ਮਨ ਨੇ ਫੁਰਨਾ ਕੀਤਾ, ਕਹਿੰਦੇ ਮਨਾ ਬਾਣੀ ਵਿੱਚ ਲਿਖਿਆ ਹੋਇਆ ਹੈ ਵੀ ਜਪ ਤਪ ਕਰਨ ਵਾਲੇ ਦੇ ਕੋਲ, ਬਾਣੀ ਪੜ੍ਹਨ ਵਾਲੇ ਕੋਲ ਮਾਇਆ ਦੀ ਕੋਈ ਘਾਟ ਨਹੀਂ ਰਹਿੰਦੀ, ਰਿੱਧੀਆਂ ਸਿੱਧੀਆਂ ਆ ਜਾਂਦੀਆਂ। ਮੈਂ ਤਾਂ ਕਦੀ ਵੇਖੀਆਂ ਨਹੀਂ। ਇੱਕਦਮ 4-5 ਬੀਬੀਆਂ ਗਹਿਣਿਆਂ ਨਾਲ ਲੱਦੀਆਂ ਹੋਈਆਂ, ਸੋਹਣੀਆਂ ਸੁਨੱਖੀਆਂ, ਮੱਥਾ ਟੇਕਣ ਆ ਗਈਆਂ। ਉਹਨਾਂ ਦੇ ਖੜਕੇ ਤੋਂ ਮਹਾਂਪੁਰਖਾਂ ਦਾ ਧਿਆਨ ਉਟਕ ਗਿਆ ਤੇ ਵੇਖਿਆ ਵੀ ਇਹ ਬੀਬੀਆਂ ਮੱਥਾ ਟੇਕਣ ਆਈਆਂ, ਤੇ ਉਹ ਮੱਥਾ ਟੇਕ ਕੇ ਪਰਿਕਰਮਾ ਕਰਕੇ ਸੰਤਾਂ ਦੇ ਸਾਹਮਣੇ ਖੜੀਆਂ ਹੋ ਗਈਆਂ। ਵੇਖੀ ਜਾਣ ਵੇਖੀ ਜਾਣ, ਉਹਨਾਂ ਦਾ ਧਿਆਨ ਹੁਣ ਲੱਗੇ ਕੋਈ ਨਾ। ਆਖਰ ਕਹਿ ਹੀ ਦਿੱਤਾ ਵੀ ਬੀਬੀਓ ਭੈਣੋ, ਤੁਸੀਂ ਮੈਥੋਂ ਕੀ ਲੈਣਾ, ਮੱਥਾ ਟੇਕੋ ਤੇ ਜਾਓ ਆਪਣੇ ਘਰ ਨੂੰ। ਕਹਿੰਦੀਆਂ ਸੰਤ ਜੀ ਆਪ ਹੀ ਤਾਂ ਤੁਸੀਂ ਸਾਨੂੰ ਬੁਲਾਇਆ ਹੈ, ਆਪਾਂ ਰਿੱਧੀਆਂ ਸਿੱਧੀਆਂ ਹਾਂ, ਦੱਸੋ ਕੀ ਸੇਵਾ ਕਰੀਏ। ਕਹਿੰਦੇ ਮੱਥਾ ਟੇਕਿਆ ਤੁਹਾਨੂੰ, ਜਾਓ ਆਪਦੇ ਘਰ ਨੂੰ, ਮੈਨੂੰ ਨਹੀਂ ਚਾਹੀਦਾ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਇਹਨਾਂ ਬੀਬੀਆਂ ਨੂੰ ਦੂਰ ਕਰ ਦੇ, ਮੈਨੂੰ ਨਹੀਂ ਚਾਹੀਦੀਆਂ ਇਹਨਾਂ ਦੇ ਦਰਸ਼ਨ, ਨਹੀਂ ਦਰਸ਼ਨ ਤੇਰੇ ਚਾਹੀਦੇ ਨੇ। ਇਸ ਵਾਸਤੇ ਮਹਾਰਾਜ ਮੇਰਾ ਧਿਆਨ ਤੇਰੇ ਨਾਮ 'ਚ ਜੁੜੇ। ਮਨ ਨੇ ਗਲਤ ਫੁਰਨਾ ਕਰ ਲਿਆ, ਰਿੱਧ ਸਿੱਧ ਸਾ ਮੂਹ ਹੈ, ਨਾਮ ਨਾ ਬਸੇ ਮਨ ਆਏ। ਤੋ ਐਸੇ ਮਹਾਂਪੁਰਖਾਂ ਦੀ ਅਵਸਥਾ ਹੈ। ਸੋ ਮਹਾਰਾਜ ਕਹਿੰਦੇ ਐਸੀ ਇਸਤਰੀ ਇੱਕ ਰਾਮ ਉਪਾਈ, ਉਹਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ। ਹੈ ਮੇਰੇ ਭਾਓ ਜੀ, ਇਹ ਨਹੀਂ ਵੀ ਆਪਾਂ ਕੋਈ ਫੜ ਮਾਰ ਰਹੇ ਹਾਂ ਜਾਂ ਸ਼ੇਖੀ ਕਰ ਰਹੇ ਹਾਂ, ਸਾਡੇ ਗੁਰਾਂ ਨੇ ਸਾਨੂੰ ਰੱਖ ਲਿਆ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ, ਸਾਨੂੰ ਮਹਾਰਾਜ ਨੇ ਇਹਦੇ ਮੋਹ 'ਚ ਨਹੀਂ ਫਸਾਇਆ, ਆਪਦੇ ਨਾਮ ਬਾਣੀ ਨਾਲ ਜੋੜ ਕੇ ਨਿਰਲੇਪ ਰੱਖਿਆ ਹੈ। ਸੋ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ब्रह्म ज्ञानी सदा निर्दोष, जैसे सूर सर्व को सोख। ब्रह्म ज्ञानी के दृष्ट समान, जैसे राज रंग को लागे तुल पवान। सो सतगुरु नानक देव जी महाराज का सिद्धांत की है। कलयुग ने गुरु साहब अगे बड़ियां पेशकशां कीतियां, पर गुरु साहब ने आप तो माया नूं 12 को दो रखिया। यही अरदास की, यह कलयुग ये तेरियां बेटा मैनू प्रमाण नहीं। हे परमात्मा मैनू तेरा नाम चाहिए। एक ओंकार सतगुरु प्रसाद। राग श्री राग महला पहला। घर पहला। मोती ता मंदिर उसर, रतनी ता होए जड़ाओ। कस्तूर कुंगू अगर चंदन, लीप आवे चाव। मत देख भूला विसर, तेरा चेतन आवे नाओ। हर बिन जियो
जल बल जाओ। मैं अपना गुरपूछ देखिया अवर नाही थाओ। रहाओ धरती ता हीरे लाल जड़ते पलग लाल जड़ाओ। मोहनी मुख मणि सो है करे रंग पसाओ। मत देख भूला बिसर तेरा चेतन आवे नाओ। सिद्ध होवा सिद्ध लाई रिद आखा आओ। गुप्त प्रगट होए बैसा लोक राखै भाओ। मत देख भूला बिसर तेरा चेतन आवे नाम। सुल्तान होवा मेर लश्कर तख्त राखा बाओ। हुक्म हासिल करी बैठा नानका सब वाओ। मत देख भूला बिसर तेरा चेतन आवे नाओ। इउं गल्ली जोग ना होई। ये शब्द ही रहावली बनती है भी एवें गल्लां दे नाल नहीं जोगी बनिया जाता। पहला बैंड शर्ट पाई होनी, बस्से उतरदियां सारी भगवा कपड़ा पा लेना, मुड़ के वो सारे सिंगी सुंगी जी कढ़ के ते घरों घर किलो किलो आटा मंगी जाना। ये कोई जोगियां दा काम नहीं है। तो इस वास्ते अंजन माही निरंजन रही है, जोग जोगते विभाई है। माया दे विच रहिंदे होए ध्यान माया वाल ना रखिए, प्रभु दे नाम दे बाणी विच आप दा ध्यान केंद्रित करिए। जे माया कालख तो रहत होइए तां जोग दी जुगती नू प्राप्त करीदा है। सूही महला पहला। इथों प्रकरण चेंज होंदा है, नवे प्रकरण च नवा शब्द प्रारंभ हो रहा है। सूही राग दे विच पहले पातशाह सतगुरु नानक देव महाराज फरमाउंदे ने, कौन तराजी कवण तुला। जग्यासु मुख द्वारा प्रश्न करते फिर आप ही उतर दिंदे हुए परमेश्वर के सन्मुख बेनती करके सर्व सांझा उपदेश बख्श दे। हे महाराज तेरे तोलन भाव प्राप्त करने लई केड़ी तकड़ी है, केड़ा वटा है। हीरा कावण सराफ बुलावा। तेरा परखण वास्ते केड़ा पारखू बुलाउणा करा। कौन गुरु कै पह दिखिया लेवा। केड़ा गुरु है ते किस दे पासों सिक्ख्या लेना करा, जां केड़े गुरु दे पासों सिक्ख्या लेना करा। जे तू जिस तरह का उपदेश बख्शिया वो अवस्था मेरी भी बन जाए। मुल करावा। किस दे पासों तेरी स्वरूप की प्राप्ति का मुल कराउणा करा। मेरे लाल जियो ये रहाओ वाली बनती है। हे मेरे प्यारे परमेश्वर जियो तेरा अंत ना जाना। तेरा अज तक किसी भी आरा पार करके अंत अखीर नहीं जानिया ना जानिया जा सकता है। जल थल महियाल भारपुर लीना। जल तरल थावां दे, थल खुश्क थावां दे, महियल मही पृथ्वी ते अल आकाश विच हे परमेश्वर तू व्यापक अते लीन हो रहा है। इस प्रकार जल थल महियल भारपुर लीना। तू जल की तरह प्रेमियों दे विच, थल खुश्क धरती की तरह खुश्क हिरदे वाले कनिष्ठ पुरुषों दे विच, मही पृथ्वी की न्यायी बुद्धिमान पुरुषों दे विच ते अल आकाश की तरह शुद्ध चित वालियां दे अंदर व्यापक होके मिल रहा है। आपे सर्ब समाना। तू आप ही सूक्ष्म स्थूल जड़ चेतनादक सारी सृष्टि च समाया होया है। विश्राम दे के उपर आए प्रश्नों का उत्तर देंदे गुरु साहब गुरु मुख द्वारा आप फरमाउंदे ने, मन तारा जी चैता तुला। सवाल सीगा
कि कौन तराजी कमन तुला तेरा कमन सराह बुलावा। ਇਹਦਾ उत्तर महाराज ਦਿੰਦੇ ਨੇ कि मन ता राजी चित तुला तेरी सेव सराब कमावा। जो मन ने संकल्पा विकल्पां तो रहत शुद्ध होके मनन करना है, यही तकड़ी है। जो चित ने चितवनियां तो रहत होके चिंतन करना, ये वटे ने। हे वाहिगुरु तेरी सेव सराफ कमावा। जिहड़ी तेरी भगती रूप मैं सेवा कमाउणी है, यही सराफ पारखू है। भाव सेवा द्वारा चित शुद्ध हो जाता है, इसलिए सेवा करनी जरूरी है। विण सेवा फल कबू न पावस, सेवा करनी सारी। जिहड़ी इस्त्री है वो पति की प्राप्ति वास्ते हजारां ही यतन करती है, पर असली आनंद तो पति की प्राप्ति तो बाद सेवा करन दा आउंदा है। जो पति नूं परमेश्वर जान के सेवा करदी उहदी शोभा हुंदी है। इउं जरूरी नहीं भी रब नूं पाउण वास्ते ही यतन करना, कोई बाणी पढ़नी या सेवा करनी। जिहड़े संत ने रब दे प्यारे ने वो पाके भी सेवा करते हैं। जिवें बाबा अतर सिंह साहब जी ने प्रचार की सेवा की, धारना का कीर्तन संगत नूं सरवण कराया, बेअंतां नूं अमृत छकाया। पिंडां वाले संतां ने कथा द्वारा बेअंतां दी कल्याण कीती। श्री गुरु नानक देव जी बाबत ही तुसीं वेख लो, पहलों पाया बाबे बख्शदार। भगती करी दी है, सेवा करी दी है रब नूं पाउण वास्ते, पर बाबे ने पहला रब नूं पा लिया। मोदी खाने दे विच कार करदियां होइयां मेई नदी विच गए, 3 दिन प्रवेश रहे ते सचखंड पहुंचे। उत्थों रब नूं मिल के आए, गल्लां बातां करके आए। ਉਹਦੇ ਤੋਂ मूल मंत्र लैके फिर नवीं सेवा प्रारंभ हुई प्रचार दी। क्योंकि आम बंदे दे प्रचार का असर नहीं हुंदा। असली तां जिहड़े कमाई वाले ने उही अगे आने चाहिए ने। वो चुप रहिंदे ने, वो बोलते ही नहीं, किसी नूं मिलते ही नहीं। मेरे वर्गे अगे अगे तुरे फिरदे ने जिन्हां दा असर कोई नहीं। तो पहलों पाया बाबे बख्शदार, पिछों दे कर घाल कमाई। कमाई बाद विच कीती है। वेखो पति दे प्यार दे विच इस्त्री सारी दिहाड़ी थकावट महसूस नहीं करती, सबना दी सेवा निभाउंदी। क्यों जिहदा रब नाल प्रेम है। पिंगलवाड़े वाले महापुरख भगत पूरन सिंह जी वेखो ना यतीमा ते रोगियां दी सेवा कीती। बाबे हरबंसों जी दिल्ली वाले उन्हां गुरुद्वारियां दी भी सेवा कीती सारी उम्र। तो इंज महापुरख बाबा शीशा सिंह जी लंगर साहब हजूर साहब कार सेवा वाले, उन्होंने गुरुद्वारे दियां संगतां नूं लंगर ही छकाया। जिस तरह नियाणियां बच्चियां नूं या प्राहुणियां नूं सफर ते जान लगियां परौंठे पका के दई दे। ये नहीं भी लंगर 12 बजे खुलूगा, 12 बजे तक तो गड्डी मनमाड़ भी टप जानी है, उदों लंगर खाण कौन आऊगा? संगतां तां हुणे जाणियां ने। तो जिन्ना ट्रेन ते जाना आखना भाई सुक्की सब्जी बनी है ते आ प्रशादे परौंठे पके ने देसी घ्यो वाले, जिन्नी जिन्नी लोड़ है 2-2 4-4 आप अपने गंढ पोटलियां च बन लो। मनमाड़ आऊगा उत्थे फिर कार सेवा वाले इंज बड़े प्यार नाल परौणियां दी तरह। जद भी गड्डी रुकी गड्डियां भेज गया ओ भाई कमरे इत्थे इत्थे आ तुहाडी रहैश है। ये गुरु साहब की कृपा है। महाराज की बख्शिश पा के उन्होंने प्राप्त करके भी सेवा होंदी है। तो इस वास्ते सतगुरु की सेवा सफल है जे को करे चित लाए। एक हुंदी जिउंदियां, एक मरण तो बाद भी। वेखो आ शहीद सिंह जे आपां कहीए भी आपां इन्हां दे सेवादार हां जी, आपां बड़ी सेवा करदे हां जी। ये बाबा जी साडी सेवा कर रहे ने। क्या सोहना गुरुद्वारा बनाया साडे वास्ते, क्या सोहना लंगर चलाया है साडे लई, क्या सोहने अखंड पाठ साहब नाले पुन्न नाले फलियां बाबा जी की सेवा लगी हुई है। वो साडी सेवा कर रहे ने, पर साडे मन च भुलेखा भी खबरे आपां सेवा कर रहे हैं। तो वेखो कितनी महिमा कितनी वडियाई है जो हर की उस्तत है।
सो जो हर जन की उस्तत है सा हर की वडियाई, हर अपनी वडियाई भावदी जन का जयकार कराई। तो इस तरह ये महाराज तेरी भगती दी ਜਾਂ ਪ੍ਰਤੱਖ ਅਸੀਂ ਟਹਿਲ ਸੇਵਾ ਕਮਾਉਣੀ ਹੈ, ਇਹੀ ਪਾਠੂ ਹੈ। ਭਾਵ ਸੇਵਾ ਦੁਆਰਾ ਚਿੱਤ ਸ਼ੁੱਧ ਕਰਨਾ ਹੈ। ਭੀਤਰ ਸੋ ਸਾਹ ਤੋਲੀ, ਇੰਜ 12 ਮੰਨੀ ਦੇ ਸੋਨੇ ਦੀ ਤਰ੍ਹਾਂ ਸ਼ੁੱਧ ਚਿੱਤਕ ਨੂੰ ਪਰਖਣਾ ਕਰਦਾ ਹੈ। ਫਿਰ ਜੋ ਤੋਲ ਪਾ ਵਿਚਾਰ ਕੇ ਦੱਸ ਦੇਵੇ ਕਿ ਉਹ ਪਤੀ ਪਰਮੇਸ਼ਰ ਹਿਰਦੇ ਦੇ ਵਿੱਚ ਹੀ ਵਸਿਆ ਹੋਇਆ, ਉਸੇ ਗੁਰੂ ਪਾਸੋਂ ਸਿੱਖਿਆ ਲੈਣਾ ਕਰੀਏ ਤੇ ਇਹ ਜਾਣ ਕੇ ਵਿਦ ਚਿਤਰ ਹਾਵਾ, ਆਪਣੇ ਅੰਦਰ ਆਤਮਾ ਪਰਮਾਤਮਾ ਦੀ ਏਕਤਾ ਦੀ ਗੁਰਾਂ ਦੁਆਰਾ ਆਪ ਵਿਚਾਰ ਕਰੇ। ਇਸ ਤਰੀਕੇ ਨਾਲ ਜੋ ਚਿੱਤ ਨੇ ਸਰੂਪ 'ਚ ਅਸਿੱਧ ਹੋ ਕੇ ਰਹਿਣਾ, ਜਾਂ ਇਸ ਤਰੀਕੇ ਨਾਲ ਚਿੱਤ ਨੂੰ ਬ੍ਰਹਮ ਦੇ ਚਿੰਤਨ ਵਿੱਚ ਰੱਖਣਾ ਕਰੀਏ, ਇਹੀ ਗੁਰਾਂ ਪਾਸੋਂ ਮੁੱਲ ਕਰਾਉਣਾ ਹੈ। ਅੱਗੇ ਹੁਣ ਸਾਰ ਦ੍ਰਿਸ਼ਟੀ ਦੁਆਰਾ ਉਪਦੇਸ਼ ਫਰਮਾਉਂਦੇ ਨੇ। ਕੰਡਾ ਤੋਲ ਤਰਾਜੀ, ਪਰਮੇਸ਼ਰ ਆਪ ਹੀ ਪ੍ਰੇਮ ਦਾ ਕੰਡਾ, ਜਿਹੜੀ ਤਕੜੀ ਹੁੰਦੀ ਹੈ ਛੋਟੀ ਹੁੰਦੀ ਹੈ, ਕੰਡਾ ਉਹਦੇ 'ਚ ਟੰਨਾਂ ਦੇ ਟਨ ਟਰੱਕ ਲੱਦੇ ਹੋਏ ਭਾਰ ਤੋਲਿਆ ਜਾਂਦਾ। ਉਹ ਤਰਾਜੂ ਦਾ ਜੋ ਕੰਟਕ ਸੋ ਵੱਡਾ ਕੰਡਾ ਜਾਂ ਛੋਟੀ ਤਕੜੀ ਰੂਪ ਵਾਹਿਗੁਰੂ ਆਪ ਹੀ ਹੈ, ਅਤੇ ਆਪ ਹੀ ਵਿਚਾਰ ਰੂਪ ਤਕੜੀ ਹੈ, ਜਾਂ ਆਪ ਹੀ ਵਿਚਾਰ ਰੂਪ ਵੱਡਾ ਹੈ, ਤੇ ਆਪ ਹੀ ਭਗਤੀ ਰੂਪ ਤਰਾਜੂ ਹੈ। ਆਪੇ ਤੋਲਣ ਹਾਰਾ, ਔਰ ਆਪ ਹੀ ਤੋਲਣ ਵਾਲਾ ਗੁਰੂ ਹੈ, ਜਾਂ ਆਪ ਹੀ ਸਿੱਖ ਦਾ ਤਨ ਮਨ ਧਨ ਲੈ ਕੇ ਸਰੂਪ ਦੀ ਵਿਚਾਰ ਕਰਾਉਣ ਵਾਲਾ ਗੁਰੂ ਰੂਪ ਹੈ। ਭਾਵ ਸਰਬ ਰੂਪ ਆਪ ਹੀ ਹੈ। ਦੇਖੈ ਆਪੇ ਬੁਝੈ, ਆਪ ਹੀ ਤਤ ਬੇਤਾ ਰੂਪ ਹੋ ਕੇ ਆਪਣੇ ਸਰੂਪ ਨੂੰ ਵੇਖਣ ਵਾਲਾ, ਆਪ ਹੀ ਸਿੱਖ ਰੂਪ ਹੋ ਕੇ ਆਪਣੇ ਸਰੂਪ ਬਾਰੇ ਪੁੱਛਣ ਵਾਲਾ ਹੈ, ਜਾਂ ਆਪ ਹੀ ਸਰਗੁਣ ਸਰੂਪ ਵਿੱਚ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਹੈ, ਜਾਂ ਈਸ਼ਰ ਰੂਪ ਦੇ ਵਿੱਚ ਕਰਮਾਂ ਨੂੰ ਦੇਖਦਾ ਹੈ। ਆਪ ਹੀ ਜੀਵਾਂ ਨੂੰ ਫਲ ਦੇਣਾ ਬੁੱਝਦਾ ਹੈ। ਆਪੇ ਹੈ ਵਣਜਾਰਾ, ਆਪ ਹੀ ਜਗਿਆਸੂ ਰੂਪ ਹੋ ਕੇ ਆਪਣੇ ਸਰੂਪ ਦਾ ਵਣਜ ਕਰਨ ਵਾਲਾ ਵਣਜਾਰਾ ਹੈ। ਅੱਗੇ ਹੁਣ ਬੇਨਤੀ ਕਰਨ ਦਾ ਢੰਗ ਦੱਸਦੇ ਨੇ। ਨੀਚ ਜਾਤ ਪਰਦੇਸੀ, ਇਹ ਵਾਹਿਗੁਰੂ ਮੈਂ ਅੰਨਾ ਹਾਂ, ਪਰੋਖ ਅਪਰੋਖ ਵਿਵੇਕ ਵੈਰਾਗ ਰੂਪ ਨੇਤਰਾਂ ਤੋਂ ਹੀਣਾ ਹੋਣ ਕਾਰਨ ਅੰਨਾ ਅਗਿਆਨੀ ਪੁਰਖ ਕਾਮ ਆਦਿਕਾਂ ਦੀ ਸੰਗਤ ਕਰਕੇ ਨੀਚ ਹੋ ਰਿਹਾ ਹੈ। ਬੰਦਾ ਤਾਂ ਰੱਬ ਨੇ ਭਗਵਾਨ ਬਣਾਇਆ ਹੈ, ਜਿਹਦੇ ਕਰਮ ਮਾੜੇ ਨੇ ਉਹ ਨੀਚ ਹੈ। ਅਸੰਖ ਮੂਰਖੰਦ ਘੋਰ, ਤੇ ਇਹਦੀ ਆਖਰੀ ਪੰਕਤੀ ਲਿਖਿਆ ਨਾਨਕ ਨੀਚ ਕਾ ਹੈ ਵਿਚਾਰ। ਇਹ ਨੀਚਾਂ ਦੀ ਵਿਚਾਰ, ਬੰਦਾ ਕਰਮਾਂ ਕਰਕੇ ਨੀਚ ਹੈ, ਨੀਵੀਂ ਜਾਤ ਵਾਲਾ। ਜਿਹਦੇ ਕਰਮ ਉੱਚੇ ਨੇ ਉਹ ਉੱਚਾ ਹੈ। ਮਹਾਰਾਜ ਮੈਂ ਪਾਪੀ ਹਾਂ ਤੇ ਸਰੂਪ ਦੇਸ਼ ਨੂੰ ਛੱਡ ਕੇ ਜੂਨਾ ਰੂਪ ਪਰਾਏ ਦੇਸ਼ਾਂ ਦਾ ਵਾਸੀ ਹੋ ਰਿਹਾ। ਇਸੇ ਪ੍ਰਕਾਰ ਨੀਚ ਜਾਤ ਪਰਦੇਸੀ, ਇਹ ਸਰੀਰ ਅੰਨਾ ਭਾਵ ਸਵੈ ਸੱਤਾਹੀਣ ਆਪਣੇ ਆਪ ਕੁਝ ਨਹੀਂ ਕਰ ਸਕਦਾ, ਕੇਵਲ ਚੇਤਨ ਦੇ ਪ੍ਰਕਾਸ਼ ਕਰਕੇ ਹੀ ਪ੍ਰਕਾਸ਼ਦਾ। ਫਿਰ ਇਹ ਮਾਇਆ ਤੋਂ ਨੀਵੇਂ ਤੱਤਾਂ ਆਦਿਕ ਜਾਂ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ ਤੋਂ ਜਾਤ ਉਤਪਤ ਹੋਇਆ ਹੈ, ਅਤੇ ਅਨਾਤਮਾ ਦੇਸ਼ ਵਿੱਚ ਵਿਚਰਨ ਵਾਲਾ ਪਰਦੇਸੀ ਹੈ। ਤਿਲ ਜਾਵੇ, ਸਾਡਾ ਮਨ ਵੀ ਖਿਣ ਵਿੱਚ ਪਦਾਰਥਾਂ ਦੀ ਪ੍ਰਾਪਤੀ ਲਈ ਆਉਂਦਾ ਹੈ, ਤੇ ਤਿਲ ਭਾਵ ਥੋੜੇ ਜਿਹੇ ਸਮੇਂ ਵਿੱਚ ਹੀ ਸੰਕਲਪਾਂ ਵਿਕਲਪਾਂ ਵਿੱਚ ਚਲਿਆ ਜਾਂਦਾ ਹੈ। ਇੱਕ ਮਿੰਟ 'ਚ ਹੀ ਗੁਰਦੁਆਰੇ ਆ ਜਾਂਦਾ ਤੇ ਦੂਜੇ ਮਿੰਟ 'ਚ ਗੁਰਦੁਆਰਿਓਂ ਭੱਜ ਜਾਂਦਾ ਹੈ। ਕੀ ਸੰਗਤ ਨਾਨਕ ਰਹਿਦਾ, ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਦੱਸਦੇ ਫਰਮਾਉਂਦੇ ਕਿ ਤੇ ਸਰੀਰ ਮਨ ਦੀ ਸੰਗਤ ਵਿੱਚ ਮੈਂ ਇਹ ਜੀਵ ਰਹਿੰਦਾ ਹਾਂ। ਓੰਕਾਰ ਮੂੜਾ ਪਾਵੈ, ਇੰਜ ਮੈਂ ਮੂੜਾ ਮੂਰਖ ਹਾਂ, ਫਿਰ ਕਿਵੇਂ ਕਰਕੇ ਮੈਂ ਮੂਰਖ ਤੇਰੇ ਸਰੂਪ ਨੂੰ ਇਹ ਵਾਹਿਗੁਰੂ ਪਾ ਸਕਦਾ ਹਾਂ।
हम पापी तुम उज्जल करते, हम निर्गुण तुम दाता, हम मूर्ख तुम चतुर सियाने, तू सर्व कला का ज्ञाता। माधो हम ऐसे तुम ऐसा, तू ऐसा, हम पापी तुम पाप खंडन, नीको ठाकुर देसा। पा मैं आप दी यतन नाल नहीं पा सकदा, इसलिए हे परमात्मा तू खुद आप साडे मन दे मंदे सुभाਅ नूं मार दे, देह का अध्यास मेट के ते बिरती नूं ब्रह्माकार कर दे। आप दी कृपा कर ते सानू कृपा करके अपने नाल मिलना कर। इत्थे पहले सतगुरां दे 7वें घर दे विच 2 शब्द ते कुल 9 शब्द टोटल जिहड़े आए ने सोही राग विच वो संपूर्ण होए ने। कल नूं चौथे पातशाह दी बड़ी मिठी ते प्यार वाली बाणी प्रारंभ होएगी। भुल्लां चुका खिमा करो जी, अगे तो समत बख्शो। नीच जात परदेसी, खिन आवे तिल जावे, ताकि संगत नानक रहदा, क्यों कर मूड़ा पावे। वाहिगुरु जी का खालसा, वाहिगुरु जी की